राजन् तामानं अभिमानं ताहीनं परविर्त मार्गं वर्तन्त विनाशनं गोविंद भजन साध संगेन अस्थिरं नानक भगवंत भजनासनं गोविंद भजन साध संगेन अस्थिरं नाना भगवंत भजनासनं वाहिगुरु जी का खालसा वाहिगुरु जी की फतेह। जुग हो जुग अटल चबर छतर तखत दे मालक बाणी के बोहित मेहरां दे साईं बख्शिशां दे पंडार वालीए कुल आलम साहिब सतगुरु श्री गुरु ग्रंथ साहिब पातशाह जी महाराज दी पावन पवित्र मुकद्दस गोद अंदर सुभायमान हुए बैठे गुरु सवारे सत्संगी जनों, वडभागे हाँ गुरुदेव ने ये सतसंग दियां घड़ियां बख्शिश कीतियां ने। सिख कौम दे बहुत ही सुरीले सत्कारयोग कीर्तनी है भाई गुरमेल सिंह जी, भाई हरकमल सिंह जी, तिन्हां दे साथियां पासों बहुत ही रसभीनी आवाज़ दे विच इलाही बाणी दे कीर्तन दा आनंद माणिया है। जदों इन्हां नौजवान बच्चियां नूं दरबार दे विच कीर्तन नाल जुड़िया होया वेखीदा है, हिरदा गद-गद हो उठदा है। अरदास है सच्चे पातशाह जी महाराज के चरनां विच, महाराज इन्हां नौजवान बच्चियां दी इसे तरह ही सुरती बिरती अपने चरनां नाल जोड़ी रखण। धन सतगुरु श्री गुरु ग्रंथ साहिब पातशाह जी महाराज दे बड़े मुबारक बोल ने जिन्हां विच हजूर बख्शिश करदे ने, झक्खड़ झांगी मींह वरसै भी गुर देखण जाई, समुंद सागर होवै बहु खारा गुर सिख लंघ गुरु पै जाई। जिस तरह अज मौसम दे हालात ने उस दे बावजूद आप गुरु चरनां विच जुड़ बैठे हो। अरदास है सच्चे पातशाह जी महाराज के चरनां विच, महाराज आप सबना दी सुरती बिरती इसे तरह अपने चरनां नाल जोड़ी रखण। धन सतगुरु श्री गुरु अर्जन साहिब पातशाह जी महाराज ने श्लोक संस्कृति दे सिरलेख थले जो 12वां श्लोक किरपा बख्शिश कीता, इहदे विच जड़े संसार दे हालात ने, जिवें वक्त अपनी करवट बदलदा है, समा अपनी चाले चलदा है, ते उस बदलाव दे विच कदे कोई जीवन दा पड़ाव है, कदे कोई जीवन दा पड़ाव है। उन्हां सारियां थावां दा रैफरेंस दिंदियां होइयां, जिक्र करदियां होइयां धन सतगुरु श्री गुरु अर्जन साहिब पातशाह जी महाराज मेहरां दे साईं अंदर दी अडोलता, अंदर दी दृढ़ता, किवें जीवन एक रस व्यापक हो सकदा है। पाठ तुहानूं याद है, जरूर किरपा करिया जी। ਅਸੀਂ ਨਿਤਨੇਮ ਦੇ ਵਿੱਚ ਇਹਨਾਂ ਬਚਨਾਂ ਨੂੰ ਦੁਹਰਾਉਂਦੇ ਹਾਂ।
ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਇਹ ਕਿਰਪਾ ਬਖਸ਼ਿਸ਼ ਕਰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ। ਵਿਗਾਸ ਦੇ ਅਖਰੀ ਅਰਥ ਨੇ ਖੇੜਾ, ਆਨੰਦ, ਟਿਕਾਓ। ਜਦੋਂ ਵਿਗਾਸ ਦੇ ਵਿੱਚ ਹੈ ਤੇ ਫਿਰ ਉੱਥੇ ਸੋਗ ਨਹੀਂ ਹੈ, ਵਿਜੋਗ ਨਹੀਂ ਹੈ, ਫਿਰ ਉੱਥੇ ਕਲਪਨਾ ਨਹੀਂ ਹੈ, ਚਿਤਵਣੀ ਨਹੀਂ ਹੈ, ਉੱਥੇ ਫਿਰ ਖੇੜਾ ਹੈ, ਆਨੰਦ ਹੈ, ਰਹੱਸ ਹੈ, ਵਿਸਮਾਦ ਹੈ। ਐਤਵਾਰ ਦੇ ਦੀਵਾਨ ਵਿੱਚ ਜਿਹੜੇ ਪਹਿਲੇ 3 ਅੱਖਰ ਨੇ ਸ਼ਲੋਕ ਦੇ, ਉਹਨਾਂ ਨੂੰ ਬੜੀ ਗਹਿਰਾਈ ਦੇ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਜਨਮੰਗ ਤਾਂ ਮਰਨੰਗ। ਮਨੁੱਖ ਦਾ ਜਦੋਂ ਜਨਮ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਇਹ ਕਿਰਪਾ ਬਖਸ਼ਿਸ਼ ਕਰਦੇ ਨੇ। ਆਪਾਂ ਨੂੰ ਲੱਗਦਾ ਹੈ ਕਿ ਜਦੋਂ ਅਖੀਰਲਾ ਸਾਹ ਆਇਆ ਉਦੋਂ ਮੌਤ ਹੋਈ ਹੈ, ਪਰ ਹਜ਼ੂਰ ਕਹਿੰਦੇ ਨਹੀਂ, ਇਹ ਮੌਤ ਜਨਮ ਦੇ ਨਾਲ ਹੀ ਲੈ ਕੇ ਆਇਆ। ਅੱਗੇ ਹਜ਼ੂਰ ਨੇ ਕਿਰਪਾ ਬਖਸ਼ਿਸ਼ ਕੀਤੀ, ਜਿਹੜਾ ਸਾਡੇ ਜੀਵਨ ਦਾ ਅੰਦਰ ਦਾ ਖਲਾ ਹੈ, ਉਤਰਾ ਚੜਾ ਹੈ, ਕਦੇ ਉੱਚੀ ਸੁਰਤੀ ਹੈ, ਕਦੇ ਧਿਆਨ ਨਿਗਾਰ ਦੇ ਵਿੱਚ ਹੈ, ਪਤਾਲ ਦੇ ਵਿੱਚ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਨੂੰ ਹਰਖ ਤੇ ਸੋਗ, ਇਹਨਾਂ ਦੋਵਾਂ ਲਫ਼ਜ਼ਾਂ ਦੇ ਨਾਲ ਸੰਬੋਧਨ ਹੁੰਦੇ ਨੇ। ਤੇ ਗੁਰੂ ਰੂਪ ਸਾਧ ਸੰਗਤ ਇਹ ਚੇਤੇ ਰੱਖਿਆ ਜੇ, ਜਿਹੜਾ ਪੈਂਡਾ ਤੈਅ ਕਰਨ ਵਾਸਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਪ੍ਰੇਰਨਾ ਕੀਤੀ ਹੈ, ਉਸ ਰਾਹ ਦੇ, ਉਸ ਪੰਥ ਦੇ, ਉਸ ਪੈਂਡੇ ਦੇ ਉੱਤੇ ਚੱਲਣ ਵਾਲਿਆਂ ਦੇ ਲਈ ਬਾਹਰੀ ਤੌਰ ਦੇ ਉੱਤੇ ਜੋ ਕੁਝ ਮਰਜ਼ੀ ਵਾਪਰ ਜਾਏ। ਇੱਕ ਦਾਨੇ ਸੱਜਣ ਨੇ ਆਪਣੀ ਪੁਸਤਕ ਦੇ ਵਿੱਚ ਕਮਾਲ ਦੀ ਗੱਲ ਲਿਖੀ ਹੈ, ਇਹ ਕਹਿ ਕੇ ਮੈਂ ਅੱਗੇ ਤੁਰਾਂਗਾ। ਉਹ ਕਹਿੰਦਾ ਹੈ, ਇਸ ਪਦਾਰਥਵਾਦੀ ਯੁੱਗ ਦੇ ਵਿੱਚ ਪਦਾਰਥਾਂ ਦੀ ਹੋੜ ਵਿੱਚ ਲੱਗੇ ਹੋਏ ਮਨੁੱਖ ਨੂੰ, ਮੈਨੂੰ ਆ ਵੀ ਮਿਲ ਜਾਏ, ਆ ਵੀ ਮਿਲ ਜਾਏ, ਆ ਵੀ ਮੇਰੇ ਕੋਲ ਆ ਜਾਏ, ਸੁੱਖਾਂ ਦੇ ਸਾਧਨ ਦਿੱਤੇ ਜਾ ਸਕਦੇ ਨੇ। ਬੜੇ ਗਜਬ ਦੀ ਗੱਲ 2 ਹਰਫਾਂ ਵਿੱਚ ਉਹਨਾਂ ਨੇ ਮੁਕੰਮਲ ਕੀਤੀ ਹੈ ਕਿ ਇਸ ਪਦਾਰਥਵਾਦੀ ਯੁੱਗ ਦੇ ਵਿੱਚ ਪਦਾਰਥ ਇਕੱਠੇ ਕਰਨ ਦੀ ਹੋੜ ਦੇ ਵਿੱਚ ਲੱਗੇ ਹੋਏ ਮਨੁੱਖ ਨੂੰ ਸੁੱਖਾਂ ਦੇ ਸਾਧਨ ਦਿੱਤੇ ਜਾ ਸਕਦੇ ਨੇ। ਜੋ ਕੁਝ ਉਹ ਜ਼ਬਾਨ ਤੋਂ ਕਵੇ ਉਸ ਦੇ ਸਨਮੁਖ ਰੱਖ ਦਈਏ, ਉਸ ਨੂੰ ਭੇਟਾ ਕਰ ਦਈਏ, ਪਰ ਸਾਰਾ ਕੁਝ ਕਰਨ ਤੋਂ ਬਾਅਦ ਸੁੰਦਰ ਘਰ ਆਖੇ ਉਹ ਦੇ ਦਈਏ, ਚੰਗਾ ਕਾਰੋਬਾਰ ਆਖੇ ਉਹ ਦੇ ਦਈਏ, ਨੌਕਰੀ ਚੰਗੀ ਆਖੇ ਉਹ, ਜੋ ਕੁਝ ਜ਼ਬਾਨ ਤੋਂ ਕਵੇ ਉਹਦੇ ਹਵਾਲੇ ਕਰ ਦਈਏ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਿਹੜੀ ਕਿਰਪਾ ਬਖਸ਼ਿਸ਼ ਕਰਦੇ ਨੇ, ਸਾਰਾ ਕੁਝ ਦੇਣ ਤੋਂ ਬਾਅਦ ਜੇ ਆਪਾਂ ਉਹਨੂੰ ਪੁੱਛੀਏ ਵੀ ਸੁਣਾ ਸੱਜਣਾ, ਹੁਣ ਤੂੰ ਖੁਸ਼ ਹੈ, ਹੁਣ ਤੂੰ ਹੈਪੀ ਫੀਲ ਕਰਦਾ ਹੈ, ਤੇ ਅੱਗੋਂ ਜਵਾਬ ਕੀ ਮਿਲੇਗਾ? ਬਾਕੀ ਤਾਂ ਸਾਰਾ ਕੁਝ ਠੀਕ ਹੈ, ਪਰ ਛੋਟਾ ਕਾਕਾ ਨਹੀਂ ਆਖੇ ਲੱਗਦਾ। ਪਤਾ ਨਹੀਂ ਦਿਨ ਕਿੱਥੇ ਬਤੀਤ ਕਰਦਾ ਹੈ, ਰਾਤ ਕਿੱਥੇ ਰਹਿੰਦਾ, ਭਾਵ ਕੀ ਹੈ। ਤੇ ਇਸ ਦਾ ਦੂਜਾ ਪਾਸਾ ਬੜੀ ਬਰੀਕੀ ਨਾਲ ਸਰਵਣ ਕਰਿਆ ਜੀ। ਅਧਿਆਤਮਕ ਮਾਰਗ ਦੇ ਪਾਂਧੀ ਨੂੰ, ਜਿਹੜਾ ਰੱਬ ਦੇ ਵਿਖਾਏ ਹੋਏ ਰਾਹ ਦੇ ਉੱਤੇ ਟੁਰ ਪਿਆ, ਪਾਠ ਸਰਵਣ ਕਰਿਆ ਜੀ। ਇਤ ਮਾਰਗ ਚੱਲੇ ਭਾਈੜੇ, ਮਾਰਗ ਕਹਿੰਦੇ ਨੇ ਰਾਹ ਨੂੰ। ਇਸ ਰਾਹ ਦੇ ਉੱਤੇ ਭਾਈ ਸੱਜਣਾ ਜਦੋਂ ਤੂੰ ਟੁਰੇਗਾ ਤੈਨੂੰ ਕਰਨਾ ਕੀ ਪਏਗਾ? ਸੁਣਿਆ ਜੇ ਧਿਆਨ ਨਾਲ ਬੇਨਤੀ ਨੂੰ। ਗੁਰ ਕਹੇ ਸੁਕਾਰ ਕਮਾਏ ਜੀਓ। ਜੋ ਗੁਰੂ ਕਹਿੰਦਾ ਹੈ, ਜਦੋਂ ਉਸ ਕਾਰ ਨੂੰ, ਉਸ ਕਾਰਜ ਨੂੰ ਆਪਣੇ ਸੁਭਾਅ ਦਾ, ਆਪਣੀ ਪ੍ਰੈਕਟਿਸ ਦਾ, ਆਪਣੀ ਜ਼ਿੰਦਗੀ ਦਾ ਹਿੱਸਾ ਬਣਾਵੇਂਗਾ। ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੁਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ। ਜਦੋਂ ਮਨ ਦੀ ਮਤ ਦਾ ਤਿਆਗ ਕਰ ਦੇਗਾ, ਉਹਨੂੰ ਛੱਡ ਦੇਗਾ, ਜਦੋਂ ਤੂੰ ਜ਼ਬਾਨ ਤੋਂ ਨਹੀਂ
अंदरों ये गल कवेगा बाबे कबीर दे वांग, कबीर मेरा मुझ में किछ नहीं, जो किछ है सो तेरा, तेरा तुझको सौंपते क्या लागे मेरा। जदों तू अंदरों अपना आपा गुरु दे हवाले कर देगा, हजूर सच्चे पातशाह जी महाराज कृपा बख्शिश करते हैं, कहने लगे अब हम चली ठाकुर पैहार, जब हम शरण प्रभु की आई, राख प्रभु भावे मार, लोगन की चतुराई उपमा, ते बै संतर जार, कोई भला कहो भावे बुरा कहो। बहुता वड्डा रोड़ा साडी जिंदगी दे विच इसे गल है। मैं थोड़ा जिहा इतिहास का सहारा लवां, जिहड़ी पहले वाली गल है उहनूं ध्यान दे विच रखिया जी, मैं वापस उत्थे ही परत के आउणा है। धन सतगुरु श्री गुरु रामदास पातशाह जी महाराज, ना भाई जेठा है, गुरु घर दे विच रिश्तेदारी है, गूढ़ी रिश्तेदारी है। ते जदों साख संबंधी भैणा भरा रिश्तेदार भाई जेठे नूं सिर दे उत्ते टोकरी रखिया होया वेखदे ने, ते संसारक अख दे नाल वेखिया जो कुछ उन्हां नूं सुझदा है ਉਹਦੇ ਮੁਤਾਬਕ ਆਪਣੀ ਬੋਲੀ ਆਪਣੀ ਭਾਖਿਆ ਬੋਲਦੇ ਨੇ, ਤੇ ਉਹਨਾਂ ਨੂੰ ਅਜੀਆ ਕਰਦਿਆਂ ਵੇਖ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ, ਭਾਈ ਜੇਠਾ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਉੱਤੇ ਫਰਿਆਦੀ ਹੁੰਦੇ ਨੇ, ਹੱਥ ਬੰਨ ਕੇ ਜੋਦੜੀ ਬੇਨਤੀ ਕਰਦੇ ਨੇ, ਦਾਤਾ ਸੱਚੀ ਗੱਲ ਤੇ ਇਹ ਹੈ ਇਹਨਾਂ ਭਲਿਆਂ ਨੂੰ ਪਤਾ ਹੀ ਨਹੀਂ, तू इन्हां नूं बख्श दई, तू इन्हां नूं माफ कर दई। ये जो कुछ जबान तो बोलदे पए ने, जिस दिन इन्हां नूं टोकरी दे विचों जो रस मैं माणिया वो रस इन्हां नूं भी प्राप्त हो गया, ते मेरा अकीदा विश्वास यकीन है इन्हां ने फिर दर घर दी सेवा छड्ड के एक खिण भी पासे नहीं हो जाना। ते धन सतगुरु श्री गुरु ग्रंथ साहब पातशाह जी महाराज जड़ी किरपा बख्शिश करते ने, नानक भगतां सदा विगास। वो दाने सज्जन ने लिखिया कि इस पदार्थवादी युग दे विच पदार्थां दी होड़ विच लगे हुए मनुख नूं सुखां दे साधन दिते जा सकदे ने, सुखी नहीं कीता जा सकदा। बिल्कुल इन बिन अध्यात्मक मार्ग दे पांधी जड़ा रब दे वखाए हुए राह दे उत्ते टुर पिया। शब्द फिर सारा दोहरा लईए, इत मार्ग चले भाई अड़े, गुर कहे सुकार कमाए जियो, त्यागे मन की मतड़ी, विसारे दूजा भाओ जियो, इउं पावे हर दर सावड़ा, फिर होवेगा कि नह लगे तत्ती वाओ जियो। फिर तत्ती वाह भी तेरे नेड़े नहीं आवेगी। ते गुरु रूप साध संगत ओ दाना सज्जन लिखदा है, अध्यात्मक मार्ग दे पांधी नूं तत्ती तवी ते भाया जा सकदा है, ਨੀਆਂ ਵਿੱਚ ਖਿਲਾਰਿਆ ਜਾ ਸਕਦਾ ਹੈ, ਦੇਗ ਵਿੱਚ ਉਬਾਲਿਆ ਜਾ ਸਕਦਾ ਹੈ, ਚਰਖੜੀਆਂ ਤੇ ਚਾੜਿਆ ਜਾ ਸਕਦਾ ਹੈ। ਜੋ ਕੁਝ ਸੰਸਾਰ ਦੁੱਖ ਤਕਲੀਫ ਦੇਣੀ ਚਾਹਵੇ ਉਹ ਦੇ ਸਕਦਾ ਹੈ। ਤੇ ਇਹ ਸਾਡੇ ਗੁਰ ਇਤਿਹਾਸ ਸਿੱਖ ਇਤਿਹਾਸ ਦੀ ਵਾਰਤਾ ਹੀ ਨਹੀਂ, ਅੱਜ ਦੀ ਤਰੀਕ ਦੇ ਵਿੱਚ ਵੀ ਜ਼ਾਲਮ ਹਕੂਮਤ ਨੇ ਸਿੱਖਾਂ ਦੇ ਕੋਲੋਂ ਭੇਦ ਜਾਣਨ ਦੇ ਲਈ, ਉਗਲਵਾਨ ਦੇ ਲਈ ਕਿੰਨੇ ਤਸੀਹੇ ਦਿੱਤੇ। ਉਹਨਾਂ ਗੁਰੂ ਕੇ ਲਾਲਾ ਨੇ ਹੱਸਦਿਆਂ ਹੋਇਆਂ ਆਪਣੇ ਸਰੀਰ ਦੇ ਉੱਤੇ ਸਾਰਾ ਤਸ਼ੱਦਦ ਝੱਲਿਆ, ਸਾਰੇ ਤਸੀਹੇ ਝੱਲੇ, ਪਰ ਯਕੀਨ ਕਰਿਆ ਜੇ ਅਧਿਆਤਮਕ ਮਾਰਗ ਦੇ ਪਾਂਧੀ ਨੂੰ ਦੁੱਖ ਤਾਂ ਦਿੱਤੇ ਜਾ ਸਕਦੇ ਨੇ, ਪਰ ਉਹਨੂੰ ਦੁਖੀ ਨਹੀਂ ਕੀਤਾ ਜਾ ਸਕਦਾ। ਉਹ ਤਤੀ ਤਵੀ ਤੇ ਬੈਠਿਆਂ ਕੀ ਹੋਕਾ ਦਿੰਦਾ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਹਦੀ ਰਚਨਾ ਦੇ ਉੱਤੇ ਬੋਲ ਕੀ ਨੇ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ, ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਛ ਕਰਨਾ, ਜਿਹਦੇ ਕੋਲ ਸਾਰੀਆਂ ਪਾਵਰਾਂ ਨੇ, ਸਾਰੀ ਸਮਰੱਥਾ ਹੈ, ਸੋ ਹਮਰਾ ਮੀਤ। ਉਹ ਰੱਬ ਤੇ ਮੇਰਾ ਸੱਜਣ ਹੈ, ਉਹ ਮੇਰਾ ਮਿੱਤਰ ਹੈ। ਤੇ ਜਿਹੜਾ ਮਿੱਤਰ ਹੈ
ਉਹ ਕਦੇ ਆਪਣੇ ਸਾਥੀ ਦੇ ਨਾਲ ਕਦੇ ਇਸ ਤਰ੍ਹਾਂ ਦਾ ਕਰਮ ਨਹੀਂ ਕਮਾਉਂਦਾ ਕਿ ਉਸ ਕੀਤੇ ਹੋਏ ਨੂੰ ਝੱਲਦਿਆਂ ਹੋਇਆਂ ਝੱਲਣ ਵਾਲਾ ਪਰੇਸ਼ਾਨ ਹੋਵੇ। ਤੇ ਜਦੋਂ ਰੱਬ ਮੇਰਾ ਸਾਥੀ ਹੈ, ਉਹ ਜੋ ਕਰ ਰਿਹਾ ਹੈ ਮੇਰੇ ਭਲੇ ਵਾਸਤੇ ਕਰ ਰਿਹਾ ਹੈ। ਤੇ ਗੁਰੂ ਰੂਪ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦੇ ਇਹ ਅਟਲ ਵਚਨ ਨੇ, ਕੀਤਾ ਜੋ ਕੁਝ ਪਾਸਟ ਵਿੱਚ ਹੋਇਆ ਹੈ, ਕਰਨਾ ਇਨ ਫਿਊਚਰ ਜੋ ਕੁਝ ਵਾਪਰਨਾ। ਮਹਾਰਾਜ ਇਹ ਸਾਰੇ ਦਾ ਸਾਰਾ ਕੀ ਹੈ? ਹਜ਼ੂਰ ਕਹਿਣ ਲੱਗੇ ਸਰਬ ਰਜ਼ਾਈ। ਇਹ ਸਾਰੇ ਦਾ ਸਾਰਾ ਮਾਲਕ ਦੇ ਹੁਕਮ ਵਿੱਚ ਹੈ, ਰਜ਼ਾ ਦੇ ਵਿੱਚ ਹੈ, ਭਾਣੇ ਦੇ ਵਿੱਚ ਹੈ। ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰੱਖੀਐ। ਗੁਰੂ ਰੂਪ ਸਾਧ ਸੰਗਤ, ਇਸ ਗੱਲ ਤੋਂ ਸੰਸਾਰ ਦਾ ਕੋਈ ਵੀ ਬੰਦਾ ਇਨਕਾਰੀ ਨਹੀਂ ਕਿ ਕਦੇ ਮਨ ਅੰਦਰ ਕਿਸ ਤਰ੍ਹਾਂ ਦੇ ਖਿਆਲ ਆਉਂਦੇ ਨੇ, ਕਦੇ ਮਨ ਵਿੱਚ ਕਿਸ ਤਰ੍ਹਾਂ ਦੇ ਖਿਆਲ ਆਉਂਦੇ ਨੇ। ਕਬਹੂ ਜੀੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ। ਤੇ ਹਜ਼ੂਰ ਕਾਰਨ ਇਹਦਾ ਕੀ ਹੈ? ਮਹਾਰਾਜ ਬਖਸ਼ਿਸ਼ ਕਰਦੇ ਆ, ਕਹਿਣ ਲੱਗੇ ਲੋਭੀ ਜੀੜਾ ਫਿਰ ਇਹ ਕਾਰਨ ਹੈ। ਲੋਭ ਦੇ ਵਿੱਚ ਗਰਸਿਆ ਹੋਇਆ, ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸੁਆਨ ਜਿਉ ਡੋਲਤ। ਸੁਆਨ ਕਹਿੰਦੇ ਨੇ ਕੁੱਤੇ ਨੂੰ, ਕੂਕਰ ਨੂੰ। ਕਹਿਣ ਲੱਗੇ ਸੁੱਖਾਂ ਦੇ ਵਾਸਤੇ ਇੱਕ ਥਾਂ ਤੋਂ ਦੂਜੀ ਥਾਂ, ਦੂਜੀ ਥਾਂ ਤੋਂ ਤੀਜੀ ਥਾਂ ਭਟਕਦਿਆਂ ਹੋਇਆਂ ਬੰਦਾ ਇਹਨੇ ਤਸੀਹੇ ਚੱਲਦਾ, ਦੁਆਰੈ ਦੁਆਰ ਸੁਆਨ ਜਿਉ ਡੋਲਤ। ਜਿੱਥੋਂ ਟਿਕਾ ਮਿਲਣਾ ਸੀ, ਜਿੱਥੋਂ ਖੇੜਾ ਮਿਲਣਾ ਸੀ, ਨੈ ਸੁਧ ਰਾਮ ਭਜਨ ਕੀ, ਉਹ ਸਿਮਰਨ ਨੂੰ ਇਹ ਜ਼ਿੰਦਗੀ ਵਿੱਚ ਅਖਤਿਆਰ ਨਾ ਕਰ ਸਕਿਆ, ਬੰਦਗੀ ਨੂੰ ਆਪਣੇ ਸੁਭਾਅ ਦਾ ਹਿੱਸਾ ਨਾ ਬਣਾ ਸਕਿਆ, ਵਾਹਿਗੁਰੂ ਸਿਮਰਨ ਦੇ ਨਾਲ ਨਾ ਜੁੜ ਸਕਿਆ, ਸਵਾਸ ਸਵਾਸ ਵਾਹਿਗੁਰੂ ਨਾ ਕਹਿ ਸਕਿਆ, ਜਿਹਦੇ ਨਾਲ ਜ਼ਿੰਦਗੀ ਵਿੱਚ ਟਿਕਾ ਆਣਾ ਸੀ। ਗੁਰੂ ਰੂਪ ਸਾਧ ਸੰਗਤ, ਮੈਨੂੰ ਲੱਗਦਾ ਹੈ ਕਿ ਸਾਡਾ ਵਿਸ਼ਾ ਮੁਕੰਮਲ ਹੋ ਜਾਏਗਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਇੱਕ ਸ਼ਬਦ ਸਰਵਣ ਕਰੀਏ, ਇੱਕ ਇਤਿਹਾਸ ਦਾ ਪੰਨਾ ਫਰੋਲਾਂਗੇ, ਤੇ ਮੈਨੂੰ ਲੱਗਦਾ ਹੈ ਜਿਹੜਾ ਸਾਡਾ ਅੱਜ ਦਾ ਸਬਜੈਕਟ ਹੈ, ਵਿਸ਼ਾ ਹੈ, ਇਹਦੇ ਨੇੜੇ ਜਾਵਾਂਗੇ, ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਦੇ ਬੜੇ ਕੀਮਤੀ ਬੋਲ ਨੇ, ਤੇ ਮਹਾਰਾਜ ਉਸ ਮਨੁੱਖ ਨੂੰ ਨਰ ਕਹਿ ਕੇ ਸੰਬੋਧਨ ਕਰਦੇ ਨੇ। ਆਪਾਂ ਕਹਿੰਦੇ ਨੇ ਫਲਾਣਾ ਬੰਦਾ ਬੜਾ ਨਰ ਹੈ, ਜ਼ਬਾਨ ਦਾ ਬਲੀ ਹੈ, ਜੋ ਕਹਿੰਦਾ ਹੈ ਉਹ ਕਰਕੇ ਵੀ ਵਿਖਾਉਂਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ। ਕਿਹੜਾ ਬੰਦਾ ਹੋਵੇਗਾ ਜੀ ਜਿਹੜਾ ਦੁੱਖ ਵਿੱਚ ਦੁਖੀ ਨਾ ਹੁੰਦਾ ਹੋਵੇ? ਕਿਹੜਾ ਹੋਵੇਗਾ ਜਿਹਦੇ ਘਰ ਖੁਸ਼ੀ ਦਾ ਮਾਹੌਲ ਹੋਵੇ ਤੇ ਉਹ ਉਸ ਖੁਸ਼ੀ ਦੇ ਵਿੱਚ ਗਲਤਾਨ ਨਾ ਹੋਵੇ, ਗਰਸਿਆ ਨਾ ਜਾਏ, ਜਾਂ ਉਸ ਖੁਸ਼ੀ ਦੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਚੇਤੇ ਰੱਖੇ। ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਗੁਰੂ ਘਰ ਦੇ ਅਨੰਨ ਸੇਵਾਦਾਰ ਸਨ। ਸਾਹਿਬਾਂ ਦਾ ਪ੍ਰਕਾਸ਼ ਪੁਰਬ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦਾ। ਰਾਗੀ ਢਾਡੀ ਕਵੀਸ਼ਰ ਗੁਰੂ ਕੇ ਕੀਰਤਨੀਏ ਆਏ ਹੋਏ ਸਨ। ਆਪ ਸਟੇਜ ਸਕੱਤਰ ਦੀ ਸੇਵਾ ਕਰ ਰਹੇ। ਸਾਰਾ ਦਿਨ ਦਰਬਾਰ ਦੇ ਵਿੱਚ ਬਤੀਤ ਕੀਤਾ। ਜਦੋਂ ਸ਼ਾਮਾਂ ਪਈਆਂ, ਅਰਦਾਸ ਹੋਈ, ਹਾਲ ਸੰਗਤ ਦਾ ਭਰਿਆ ਹੋਇਆ, ਤੇ ਕੀ ਬੇਨਤੀ ਕਰਦੇ ਨੇ ਹੱਥ ਜੋੜ ਕੇ ਸਾਰੀ ਸੰਗਤ ਨੂੰ, ਗੁਰਮੁਖੋ ਪਰਮੇਸ਼ਰ ਨੇ ਭੁਜੰਗੀ ਦੀ ਦਾਤ ਬਖਸ਼ਿਸ਼ ਕੀਤੀ ਸੀ। ਆਪਾਂ 2 ਮਹੀਨਿਆਂ ਤੋਂ ਗੁਰਪੁਰਬ ਦੀ ਤਿਆਰੀ ਕਰ ਰਹੇ ਸਾਂ। ਮਹਾਰਾਜ ਦੇ ਹੁਕਮ ਦੇ ਵਿੱਚ ਮੇਰਾ ਉਹ ਬੱਚਾ ਕੱਲ ਚੜ੍ਹਾਈ ਕਰ ਗਿਆ। ਅਜੇ ਤੱਕ ਉਹਦੀ ਡੈਡ ਬਾਡੀ ਲਾਸ਼ ਹਸਪਤਾਲ ਦੇ ਵਿੱਚ ਹੈ।
मैं आप भी चुप वट्टी, परिवार नूं भी चुप रहन वास्ते कहा, क्योंकि आपां एडा वड्डा समागम उलीकिया होया सी। हुण साडा सारा कारज मुकम्मल हो गया है। आओ ਜਿਹੜੇ ਚਾਵਾਂ ਦੇ ਨਾਲ ਆਪਾਂ ਪ੍ਰਕਾਸ਼ ਪੁਰਬ ਮਨਾਇਆ ਉਸੇ ਮਲਾਰ ਦੇ ਨਾਲ, ਉਸੇ ਚਾਓ ਤੇ ਖਿੜਾਓ ਦੇ ਨਾਲ ਇਹ ਗਾਉਂਦੇ ਹੋਏ ਚੱਲੀਏ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉ ਕੀਜੈ। ਗੁਰਮੁਖ ਹੋਏ ਸੋ ਭਾਣਾ ਮੰਨੈ, ਸਹਿਜੇ ਹਰ ਰਸ ਪੀਜੈ। ਤੇ ਗੁਰੂ ਰੂਪ ਸਾਧ ਸੰਗਤ, ਇਹ ਕੋਈ ਨਾਵਲ ਦੀ ਸਟੋਰੀ ਜਾਂ ਕਿਸੇ ਫਿਲਮ ਦੀ ਕਹਾਣੀ ਨਹੀਂ ਹੈ, ਇਹ ਸਾਡੇ ਵੱਡੇ ਵਡੇਰਿਆਂ ਦਾ ਉਹ ਇਤਿਹਾਸ ਹੈ। ਸੁਖਮਣੀ ਸਾਹਿਬ ਦੇ ਵਿੱਚੋਂ ਇੱਕ ਪਾਠ ਪੜ੍ਹਦਾ ਜਾਵਾਂ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੇਰਾਂ ਦੇ ਸਾਈਂ ਨੂੰ ਜਦੋਂ ਕਿਸੇ ਨੇ ਪੁੱਛਿਆ ਵੀ ਕਿਸੇ ਬੰਦੇ ਨੂੰ ਰੱਬ ਮਿਲ ਗਿਆ, ਉਹਦੀਆਂ ਨਿਸ਼ਾਨੀਆਂ ਕੀ ਨੇ, ਉਹਨੂੰ ਮਿਲੀਏ, ਉਹਦੇ ਨਾਲ ਗੱਲਬਾਤ ਕਰੀਏ, ਕਿਵੇਂ ਪਤਾ ਲੱਗੇ ਵੀ ਇਹ ਬੰਦੇ ਦਾ ਕਿਰਦਾਰ ਕਿੱਥੇ ਕੋ ਖਲੋਤਾ ਹੋਇਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੇਰਾਂ ਦੇ ਸਾਈਂ ਸੁਖਮਣੀ ਸਾਹਿਬ ਦੇ ਪਾਠ ਵਿੱਚ ਜਿਹੜੀ ਬਖਸ਼ਿਸ਼ ਕਰਦੇ, ਤੁਹਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਇਹ ਚੇਤਾ ਹੋਵੇਗਾ ਜਿੰਨੀ ਇਕਾਗਰਤਾ ਨਾਲ ਤੁਸੀਂ ਜੁੜ ਬੈਠੇ। ਮੈਂ ਸਿਰਫ ਪਾਠ ਪੜ੍ਹਨਾ, ਫਿਰ ਆਪਾਂ ਗੱਲ ਅੱਗੇ ਤੋਰਦੇ ਹਾਂ। ਮਹਾਰਾਜ ਬਖਸ਼ਿਸ਼ ਕਰਦੇ ਆ, ਕਹਿਣ ਲੱਗੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਜਿਹਦੀ ਇਹ ਅੰਦਰ ਦੀ ਅਵਸਥਾ ਹੋਵੇਗੀ ਉਹਨੂੰ ਜਿਉਂਦੇ ਜੀ ਮੁਕਤ ਕਿਹਾ ਜਾ ਸਕਦਾ, ਕਿਹਾ ਨਹੀਂ ਜਾ ਸਕਦਾ, ਉਹ ਜਿਉਂਦੇ ਜੀ ਮੁਕਤ ਹੀ ਹੋਵੇਗਾ। ਤੇ ਗੁਰੂ ਰੂਪ ਸਾਧ ਸੰਗਤ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੇਰਾਂ ਦੇ ਸਾਈਂ ਜਦੋਂ ਇਹ ਕਿਰਪਾ ਸੰਸਾਰ ਦੇ ਉੱਤੇ ਕਰਦੇ ਨੇ ਤੇ ਸਿੱਖ ਆ ਕੇ ਪੁੱਛਦੇ, ਮਹਾਰਾਜ ਇਹ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਕਿਰਪਾ ਬਖਸ਼ਿਸ਼ ਕੀਤੀ ਹੈ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਕੀ ਕੋਈ ਟੁਰਦਾ ਫਿਰਦਾ ਦੁਨੀਆ ਦੇ ਵਿੱਚ ਐਸਾ ਕਿਰਦਾਰ ਹੈ ਜਿਹਨੂੰ ਵੇਖ ਕੇ ਸਾਨੂੰ ਲੱਗੇ। ਸਾਧ ਸੰਗਤ ਖਿਮਾ ਕਰਿਆ ਜੀ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਸਾਡੇ ਜੀਵਨ ਦਾ ਆਧਾਰ ਹੈ। ਗੁਰਬਾਣੀ ਨੇ ਸਾਡੇ ਅੰਦਰ ਨੂੰ ਝੰਜੋੜਨਾ ਹੈ। ਗੁਰੂ ਸ਼ਬਦ ਨੇ ਸਾਡੀ ਸੁਰਤ ਨੂੰ ਠੋਕਰ ਮਾਰਨੀ। ਗੁਰੂ ਸ਼ਬਦ ਦੀ ਅਗਵਾਈ ਦੇ ਵਿੱਚ ਜਦੋਂ ਸੁਰਤ ਚੱਲੇਗੀ ਤੇ ਯਕੀਨਨ ਆਪਣੀ ਮੰਜ਼ਲ ਨੂੰ ਸਰ ਕਰੇਗੀ, ਮੰਜ਼ਲ ਤੱਕ ਪੁੱਜੇਗੀ। ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਲ ਕੇ, ਹੱਥ ਹਿਲਾ ਕੇ, ਸਿਰ ਹਿਲਾ ਕੇ ਨਹੀਂ ਜੇ ਕੀਤੇ ਜਾ ਸਕਦੇ। ਸਿੱਖੀ ਦਾ ਪ੍ਰਚਾਰ ਪ੍ਰਸਾਰ ਜਦੋਂ ਵੀ ਹੋਇਆ ਉਹ ਸਿੱਖ ਦੇ ਕਿਰਦਾਰ ਵਿੱਚੋਂ ਹੋਇਆ, ਕਰੈਕਟਰ ਵਿੱਚੋਂ ਹੋਇਆ। ਇਹ ਜ਼ਿੰਮੇਵਾਰੀ ਲੱਗੀ ਹੈ, ਸੇਵਾ ਨਿਭਾ ਰਹੇ ਹਾਂ, ਪਰ ਹਕੀਕਤ ਕੀ ਹੈ? ਹਕੀਕਤ ਇਹ ਹੈ ਕਿ ਜਪਜੀ ਸਾਹਿਬ ਵਰਗਾ ਜੀਵਨ ਕਿਹਦਾ ਬਣਿਆ, ਸੁਖਮਣੀ ਸਾਹਿਬ ਕਿਹਦੇ ਜੀਵਨ ਵਿੱਚੋਂ ਪ੍ਰਗਟ ਹੋ ਰਹੀ ਹੈ, ਆਸਾ ਦੀ ਵਾਰ ਦੇ ਝਲਕਾਰੇ ਕਿਹਦੇ ਸੁਭਾਅ ਵਿੱਚੋਂ ਆਉਂਦੇ ਨੇ। ਅਸਲ ਐਗਜ਼ਾਮਪਲ ਜੀਵਨ ਦੀ ਇਹ ਹੈ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਉਹਨਾਂ ਰੱਬ ਦੇ ਪਿਆਰਿਆਂ ਨੂੰ ਕਹਿੰਦੇ, ਫਲਾਂ ਨਗਰ ਦੇ ਵਿੱਚ ਫਲਾਂ ਨਾਂ ਦਾ ਵਿਅਕਤੀ ਹੈ, ਉਹਨੂੰ ਜਾ ਕੇ ਮਿਲੋ, ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਇਆ ਨਜ਼ਰ ਆਵੇਗਾ। ਜਿਸ ਵਕਤ ਲੰਮੇਰਾ ਪੈਂਡਾ ਤੈਅ ਕਰਨ ਤੋਂ ਬਾਅਦ ਉਸ ਨਗਰ ਦੇ ਵਿੱਚ ਪੁੱਜੇ, ਬਾਹਰ ਕਿਸੇ ਦੁਕਾਨਦਾਰ ਦੇ ਕੋਲੋਂ ਪੁੱਛਿਆ ਕਿ ਭਾਈ ਇਸ ਨਗਰ ਦੇ ਵਿੱਚ, ਇਸ ਪਿੰਡ ਦੇ ਵਿੱਚ ਕੋਈ ਭਿਖਾਰੀ ਨਾਂ ਦਾ ਵਿਅਕਤੀ ਰਹਿੰਦਾ ਹੈ? ਉਹ ਕਹਿਣ ਲੱਗਾ, ਹਾਂ ਜ਼ਰੂਰ ਰਹਿੰਦਾ ਹੈ। ਕਹਿੰਦਾ ਮੈਂ ਉਹਦੇ ਘਰ ਜਾਣਾ ਹੈ। ਤੇ ਕਹਿਣ ਲੱਗੇ, ਉਹ
ਆਲੀਸ਼ਾਨ ਖੂਬਸੂਰਤ ਮਹੱਲ ਵੇਖਣਾ ਪਿਆ ਨਾ, ਇਹ ਭਾਈ ਭਿਖਾਰੀ ਦਾ ਮਹੱਲ ਹੈ। ਉਹ ਸਿੱਖ ਹੈਰਾਨ ਰਹਿ ਗਿਆ ਵੀ ਨਾ ਭਾਈ ਭਿਖਾਰੀ ਤੇ ਮਹੱਲ ਐਡਾ ਖੂਬਸੂਰਤ, ਐਡਾ ਆਲੀਸ਼ਾਨ। ਤੇ ਉਹ ਦੁਕਾਨਦਾਰ ਕਹਿਣ ਲੱਗਾ, ਤੂੰ ਸਿਰਫ ਨਾਂ ਤੇ ਨਾ ਜਾਈ, ਹਕੀਕਤ ਇਹ ਹੀ ਕਿ ਇਹ ਐਰੇ ਖੈਰੇ ਦਾ ਭਿਖਾਰੀ ਨਹੀਂ, ਇਹ ਗੁਰੂ ਨਾਨਕ ਦੇ ਚਰਨਾਂ ਦਾ ਭਿਖਾਰੀ ਹੈ। ਗੁਰੂ ਨਾਨਕ ਦੇ ਦਰ ਤੋਂ ਇਹਦੇ ਘਰ ਦੇ ਵਿੱਚ ਬਖਸ਼ਿਸ਼ਾਂ ਵਾਪਰੀਆਂ ਨੇ। ਤੇ ਗੁਰੂ ਰੂਪ ਸਾਧ ਸੰਗਤ ਜਦੋਂ ਉਸ ਘਰ ਦੇ ਵਿੱਚ ਪ੍ਰਵੇਸ਼ ਕੀਤਾ, ਨੌਜਵਾਨ ਬੱਚੇ ਦੇ ਆਨੰਦ ਕਾਰਜ ਦਾ ਮਾਹੌਲ, ਸਾਰੇ ਪਾਸੇ ਖੁਸ਼ੀਆਂ ਖੇੜੇ। ਤੇ ਭਾਈ ਭਿਖਾਰੀ ਉਸ ਸਾਰੇ ਵਾਤਾਵਰਣ ਦੇ ਵਿੱਚ ਬਿਲਕੁਲ ਨਿਰਲੇਪ, ਕਿਸੇ ਵੀ ਗੱਲ ਦਾ ਸੁਭਾਅ ਦੇ ਉੱਤੇ, ਜੀਵਨ ਦੇ ਉੱਤੇ ਕਿਣਕਾ ਮਾਤਰ ਕੋਈ ਅਸਰ ਨਹੀਂ। ਤੇ ਗੁਰੂ ਰੂਪ ਸਾਧ ਸੰਗਤ ਭਾਈ ਭਿਖਾਰੀ ਜੀ ਨੂੰ ਅਜਿਹਾ ਕਰਦਿਆਂ ਵੇਖ ਉਸ ਸਿੱਖ ਦੇ ਮਨ 'ਚ ਅਨੇਕਾਂ ਸਵਾਲ ਆਣ, ਅਨੇਕਾਂ ਸਵਾਲ ਜਾਣ। ਤੇ ਉਹ ਵੇਲਾ ਆਇਆ ਜਦੋਂ ਨੌਜਵਾਨ ਬੱਚੇ ਦੀ ਬਰਾਤ ਲੈ ਕੇ ਗਏ, ਆਨੰਦ ਕਾਰਜ ਹੋਇਆ, ਵਾਪਸ ਪਰਤੇ, ਘੋੜੇ ਦੇ ਉੱਤੇ ਬੈਠਾ ਹੋਇਆ ਬੱਚਾ ਪਿਓ ਨੂੰ ਕਹਿੰਦਾ, ਪਿਤਾ ਜੀ ਕਲੇਜੇ ਦੇ ਵਿੱਚੋਂ ਪੀੜ ਉੱਠੀ ਹੈ, ਸਾਰੀ ਨਹੀਂ ਜਾ ਰਹੀ। ਪਿਓ ਨੇ ਪੁੱਤਰ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲਿਆ, ਆਪਣੀ ਗੋਦ ਦੇ ਵਿੱਚ ਲੈ ਲਿਆ। ਤੇ ਵੇਂਦਿਆਂ ਵੇਂਦਿਆਂ ਜਿਹੜਾ ਸੱਜ ਵਿਆਹੀ ਵਹੁਟੀ ਨੂੰ ਲੈ ਕੇ ਘਰ ਆਇਆ ਸੀ, ਉਹ ਨੌਜਵਾਨ ਬੱਚਾ ਭਾਈ ਭਿਖਾਰੀ ਦੇ ਹੱਥਾਂ ਵਿੱਚ ਇਸ ਸੰਸਾਰ ਤੋਂ ਕੂਚ ਕਰ ਗਿਆ। ਸਿੱਖ ਜਿਹੜਾ ਇਹ ਸਵਾਲ ਲੈ ਕੇ ਭਾਈ ਭਿਖਾਰੀ ਕੋਲ ਪੁੱਜਾ ਸੀ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਗੁਰੂ ਰੂਪ ਸਾਧ ਸੰਗਤ ਇਹ ਚੇਤੇ ਰੱਖਿਆ ਜੇ, ਇਹ ਸਾਰੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਨਾ ਅਸੀਂ ਆਪਣਾ ਮਨ ਰੱਖ ਕੇ ਵੇਖਣਾ, ਅਸੀਂ ਕਿੱਥੇ ਕੁ ਖਲੋਂਦੇ ਹਾਂ, ਸਾਡਾ ਕੋਈ ਵਜੂਦ ਹੈ ਜਾਂ ਨਹੀਂ। ਜਦੋਂ ਸਾਡੇ ਨਾਲ ਇਹ ਸਾਰਾ ਕੁਝ ਵਾਪਰਦਾ ਤੇ ਸਾਡੇ ਅੰਦਰ ਦੇ ਹਾਲਾਤ ਕਿਹੋ ਜਿਹੇ ਹੁੰਦੇ ਨੇ, ਸਾਡੇ ਨਾਲ ਕੀ ਬੀਤਦੀ ਹੈ। ਯਕੀਨ ਕਰਿਆ ਜੇ ਬੱਚਾ ਇੱਕ ਟਾਈਮ ਰੋਟੀ ਨਾ ਖਾਵੇ, ਮਾਪਿਆਂ ਦੇ ਭਾਰ ਹੀ ਬਣ ਜਾਂਦੀ ਹੈ, ਜਾਨ ਨਿਕਲਦੀ ਹੈ। ਬੱਚੇ ਨੂੰ ਕੋਈ ਸੱਟ ਫਿੱਟ ਲੱਗ ਜਾਏ, ਝੱਲਣਾ ਔਖਾ ਹੋ ਜਾਂਦਾ ਹੈ, ਕਿਉਂਕਿ ਆਂਦਰਾਂ ਨੇ ਮੋਹ ਹੈ, ਅਟੈਚਮੈਂਟ ਹੈ। ਪਰ ਗੁਰੂ ਰੂਪ ਸਾਧ ਸੰਗਤ ਜਿਸ ਤਰ੍ਹਾਂ ਦਾ ਕਿਰਦਾਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਨੇ, ਸ਼ਬਦ ਸਰਵਣ ਕਰ ਲਈਏ, ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਬਾਬਾ ਬੰਦਾ ਸਿੰਘ ਬਹਾਦਰ ਹਿਰਨ ਦਾ ਸ਼ਿਕਾਰ ਕਰਦਾ ਹੈ, ਹਿਰਨ ਦੇ ਢਿੱਡ ਦੇ ਵਿੱਚ ਉਹਦਾ ਬੱਚਾ ਹੈ, ਵੇਖ ਕੇ ਬੈਰਾਗੀ ਹੋ ਜਾਂਦਾ ਹੈ। ਨਾਂ ਵੀ ਪ੍ਰਚਲਿਤ ਹੋ ਗਿਆ ਮਾਧੋ ਦਾਸ ਬੈਰਾਗੀ। ਵਕਤ ਨੇ ਜਦੋਂ ਕਰਵਟ ਬਦਲੀ, ਸੱਚ ਦਾ ਸਾਹਮਣਾ ਕਰਨਾ ਪਿਆ, ਸੱਚ ਸਾਹਮਣੇ ਆਇਆ, ਪੂਰੇ ਗੁਰੂ ਦੇ ਨਾਲ ਮਿਲਾਪ ਹੋਇਆ। ਨਾ ਉਸ ਦਿਨ ਤੋਂ ਬਾਅਦ ਨਾਂ ਬਦਲਿਆ, ਨਾ ਉਸ ਦਿਨ ਤੋਂ ਬਾਅਦ ਅੰਦਰ ਦਾ ਥਾਂ ਬਦਲਿਆ, ਸਿਰਫ ਗੁਰੂ ਦਾ ਹੋ ਕੇ ਰਹਿ ਗਿਆ। ਕਿਉਂਕਿ ਗੁਰੂ ਨੇ ਅੰਦਰ ਦੀ ਸਥਿਰਤਾ, ਅੰਦਰ ਦਾ ਟਿਕਾਓ ਬਖਸ਼ਿਸ਼ ਕਰ ਦਿੱਤਾ। ਤੇ ਗੁਰੂ ਰੂਪ ਸਾਧ ਸੰਗਤ, ਗੁਰੂ ਦੇ ਕੋਲ ਵੱਡੀ ਦਾਤ ਹੀ ਸਿੱਖ ਵਾਸਤੇ ਇਹ ਹੈ। ਤੇ ਭਾਈ ਭਿਖਾਰੀ ਨੌਜਵਾਨ ਬੱਚੇ ਦੀ ਲਾਸ਼ ਹੱਥਾਂ ਦੇ ਵਿੱਚ ਚੁੱਕਦਾ, ਤੇ ਜਿਹੜਾ ਸਿੱਖ ਅਨੇਕਾਂ ਸਵਾਲ ਲੈ ਕੇ ਆਇਆ ਸੀ, ਇਸ ਤਰ੍ਹਾਂ ਦਾ ਵੀ ਕੋਈ ਹੋ ਸਕਦਾ ਜਿਸ ਭਾਈ ਸਾਹਿਬ ਨੂੰ ਆਨੰਦ ਕਾਰਜ ਕਰਾਉਣ ਵੇਲੇ ਅਦਬ ਸਤਕਾਰ ਮਾਣ ਦਿੱਤਾ, ਉਸੇ ਗੁਰਮੁਖ ਪਿਆਰੇ ਨੂੰ ਫੇਰ ਕਿਹਾ ਕਿ ਇਹ ਰੱਬ ਦੇ ਭਾਣੇ ਵਿੱਚ ਅਕਾਲ ਚਲਾਣਾ ਕਰ ਗਿਆ, ਆਓ ਸਾਰੇ ਚੱਲ ਕੇ ਇਹਦਾ ਅੰਤਮ ਸੰਸਕਾਰ ਕਰੀਏ। ਤੇ ਗੁਰੂ ਰੂਪ ਸਾਧ ਸੰਗਤ, ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਹੋਰਾਂ ਨੇ ਇਸ ਸਾਖੀ ਦਾ ਜ਼ਿਕਰ ਕਰਦਿਆਂ ਹੋਇਆਂ ਕੁਝ ਸਵਾਲ ਅਜੀਬੋ ਗਰੀਬ ਰੱਖੇ ਨੇ, ਜਿਨ੍ਹਾਂ ਵਿੱਚ ਕੀ ਵਿਲੱਖਣ ਗੱਲ ਹੈ। ਜੇ ਭਾਈ ਭਿਖਾਰੀ ਨੂੰ ਪਤਾ ਸੀ ਕਿ ਇਸ ਨੌਜਵਾਨ ਬੱਚੇ ਨੇ ਚੜ੍ਹਾਈ ਕਰ ਜਾਣਾ ਹੈ,
ਤੇ ਬਗਾਨੀ ਧੀ ਵਿਆਹ ਕੇ ਲਿਆਉਣ ਦੀ ਕੀ ਲੋੜ ਸੀ। ਤੇ ਫਿਰ ਉਹਦੇ ਤੋਂ ਬਾਅਦ ਜਿਹੜਾ ਭਾਈ ਸਾਹਿਬ ਹੋਰਾਂ ਨੇ ਜਵਾਬ ਦਿੱਤਾ ਉਹ ਬੜੇ ਗਜਬ ਦਾ ਸੀ ਕਿ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਪੂਰੀ ਸਮਰੱਥਾ ਤੇ ਤਾਕਤ ਸਾਰੇ ਕਾਇਨਾਤ ਦੇ ਸਿਸਟਮ ਨੂੰ ਚਲਾਉਣ ਦੀ ਪਰਮ ਪਿਤਾ ਪਰਮੇਸ਼ਰ ਦੇ ਕੋਲ ਹੈ। ਉਹਦੀ ਮੌਜ ਦੇ ਵਿੱਚ, ਉਹਦੇ ਖੇੜੇ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਨਾ ਦਿਸਣ ਵਾਲੇ ਵਾਇਰਸ ਦੇ ਨਾਲ ਕਿੱਡੇ ਕਿੱਡੇ ਵੱਡੇ ਜਹਾਜ਼ ਥੰਮੇ ਗਏ ਨੇ, ਠੱਲੇ ਗਏ ਨੇ। ਇਹ ਖੇਡ ਉਸ ਨਿਰੰਕਾਰ ਦੀ ਹੈ, ਉਸ ਮਾਲਕ ਦੀ ਹੈ। ਪਰ ਜਿਹੜਾ ਸਿੱਖ ਸਵਾਲ ਲੈ ਕੇ ਗੁਰੂ ਸਾਹਿਬ ਦੇ ਕੋਲ ਗਿਆ ਸੀ, ਹੱਥ ਜੁੜ ਗਏ, ਸ਼ੁਕਰ ਸ਼ੁਕਰਾਨੇ ਦੇ ਵਿੱਚ ਝੁਕ ਗਿਆ ਤੇ ਹਰੇਕ ਸਾਹ ਦੇ ਨਾਲ ਇਹ ਗੱਲ ਕਹਿੰਦਾ, ਦਾਤਾ ਧੰਨ ਤੂੰ ਹੈ, ਧੰਨ ਤੇਰੀ ਸਿੱਖੀ ਹੈ ਤੇ ਧੰਨ ਤੇਰੇ ਸਿੱਖਾਂ ਦਾ ਕਿਰਦਾਰ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਗੁਰਬਾਣੀ ਦੇ ਅਰਥਾਂ ਦੀਆਂ ਝਲਕਾਂ ਪੈਂਦੀਆਂ ਨੇ, ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਪਸ਼ਟ ਵੇਖੇ ਜਾ ਸਕਦੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਅੱਜ ਕਿਰਪਾ ਬਖਸ਼ਿਸ਼ ਕੀਤੀ। ਜਿਨੇ ਭਾਈ ਜਨਮ ਲਿਆ ਏ ਉਹਨੇ ਸੰਸਾਰ ਤੋਂ ਕੂਚ ਕਰਕੇ ਜਾਣਾ। ਹਰਖੰ ਤਾਂ ਸੋਗੰ, ਜੇ ਜੀਵਨ ਦੇ ਵਿੱਚ ਹਰਖ ਦਾ ਵੇਲਾ ਆਇਆ ਤੇ ਸੋਗ ਦਾ ਵੇਲਾ ਵੀ ਆਣਾ ਹੈ। ਜਿੱਥੇ ਖੁਸ਼ੀ ਹੈ ਉੱਥੇ ਗਮ ਵੀ ਹੈ। ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਕਿਰਪਾ ਕੀਤੇ, ਸੁਖ ਦੁੱਖ ਦੋਏ ਦਰ ਕੱਪਰੇ ਪਹਿਰੇ ਜਾਏ ਮਨੁੱਖ। ਜਿਵੇਂ ਆਪਾਂ ਵਸਤਰ ਤਬਦੀਲ ਕਰਦੇ ਆ, ਬਿਲਕੁਲ ਇਨ ਬਿਨ ਸੁੱਖ ਨੇ ਦੁੱਖ ਨੇ ਜੀਵਨ ਦੇ ਵਿੱਚ ਆਣਾ। ਪਰ ਇਸ ਸਾਰੇ ਵਰਤਾਰੇ ਦੇ ਵਿੱਚ ਜਿਹਦਾ ਅੰਦਰ ਨਹੀਂ ਡੋਲਦਾ, ਜਿਹੜਾ ਅੰਦਰੋਂ ਟਿਕਿਆ ਹੋਇਆ ਹੈ, ਉਹ ਤਾਂ ਹੀ ਟਿਕ ਸਕਦਾ ਹੈ ਜੇ ਕਿਸੇ ਟਿਕੇ ਹੋਏ ਦੇ ਨਾਲ ਉਹਦੀ ਸਾਂਝ ਬਣੀ ਹੈ, ਕਿਸੇ ਟਿਕੇ ਹੋਏ ਦੇ ਨਾਲ ਉਹਦਾ ਸੰਬੰਧ ਬਣਿਆ। ਤੇ ਗੁਰੂ ਸਿੱਖ ਦੀ ਝੋਲੀ ਵਿੱਚ ਦਾਤ ਹੀ ਇਹ ਪਾਉਂਦਾ ਹੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਗੁਰੂ ਕਰਦਾ ਕੀ ਏ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਗੁਰੂ ਨਾਮ ਦਾ ਧਨ ਸਿੱਖ ਦੀ ਝੋਲੀ ਵਿੱਚ ਪਾਉਂਦਾ। ਗੁਰ ਕਾ ਸਿੱਖ ਵਡਭਾਗੀ ਹੈ। ਉਸ ਨਾਮ ਧਨ ਨੂੰ ਪ੍ਰਾਪਤ ਕਰਕੇ ਸਿੱਖ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝਦਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਸ਼ਬਦ ਮੁਕੰਮਲ ਕਰ ਲਈਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਇਸ ਤਰ੍ਹਾਂ ਦੀ ਅਵਸਥਾ ਇਸ ਸੰਸਾਰ ਦੇ ਵਿੱਚ ਕਿਹੜੇ ਪ੍ਰਾਣੀ ਦੀ ਬਣੇਗੀ। ਸਿੱਖ ਕੌਮ ਦੇ ਬੜੇ ਦਾਨੇ ਸਕਾਲਰ ਹੋਏ ਨੇ ਭਾਈ ਮਨੀ ਸਿੰਘ, ਉਹਨਾਂ ਨੇ ਬਹੁਤ ਕਵਿਤ ਸਵਈਏ ਲਿਖੇ ਨੇ, ਜਿਵੇਂ ਭਾਈ ਗੁਰਦਾਸ ਜੀ ਹੋਰਾਂ ਨੇ ਲਿਖੇ ਨੇ। ਉਹਨਾਂ ਦਾ ਇੱਕ ਸਵਈਆ, ਉਹ ਕਹਿੰਦੇ ਨੇ, ਆਏ ਕੋ ਹਰਖ ਨਹੀਂ, ਜਿੰਨਾ ਮਰਜੀ ਆ ਜਾਏ ਉਹਦੀ ਕੋਈ ਖੁਸ਼ੀ ਨਹੀਂ, ਗਏ ਕੋ ਸੋਗ ਨਹੀਂ, कैसे नृंदवंद भय समझने की बात है, दे ने नेरे नाही, दे ने नेरे नाही, मन काहू फेरे नाही, पाहन सम गात है, ऐसो जब ज्ञान होत तबे कछ ध्यान होत, ब्रह्म के समान होत ब्रह्म में समात है। ਇਹੋ ਜਿਹਾ ਗਿਆਨ ਸੱਚਾ ਗਿਆਨ ਹੈ, ਬ੍ਰਹਮ ਦਾ ਗਿਆਨ ਹੈ। ਤੇ ਜਿਹਨੂੰ ਇਹ ਹੋ ਜਾਂਦਾ ਹੈ ਉਹ ਬੰਦਾ ਬ੍ਰਹਮ ਦੇ ਵਿੱਚ ਸਮਾ ਜਾਂਦਾ ਹੈ, ਬ੍ਰਹਮ ਦੇ ਵਿੱਚ ਵਿਲੀਨ ਹੋ ਜਾਂਦਾ ਹੈ। ਤੇ ਗੁਰੂ ਰੂਪ ਸਾਧ ਸੰਗਤ ਹਜ਼ੂਰ ਨੇ ਅੱਗੇ ਕਿਰਪਾ ਬਖਸ਼ਿਸ਼ ਕੀਤੀ, ਭੋਗੰਗ ਤਾਰੋ ਗੰਗ। ਬੜਾ ਲੰਮੇਰਾ ਤੇ ਡੂੰਘਾ ਵਿਸ਼ਾ ਹੈ ਭੋਗ ਦਾ ਤੇ ਰੋਗ ਦਾ। ਮੈਂ ਟੂਕ ਮਾਤਰ ਬੇਨਤੀ ਕਰਦਾ ਜਾਵਾਂ। ਸਾਧ ਸੰਗਤ, ਜਦੋਂ ਸਾਡਾ ਮਨ ਵਿਕਾਰਾਂ ਦਾ ਬੋਝ ਝੱਲਣ ਤੋਂ ਅਸਮਰੱਥ ਹੋ ਜਾਂਦਾ, ਭਾਰ ਨਹੀਂ ਚੱਲ ਪਾਉਂਦਾ, ਫਿਰ ਉਹ એનર્ਜੀ ਡਾਇਵਰਸ਼ਨ ਹੁੰਦੀ ਹੈ। ਉਹ ਮਨ ਦਾ ਬੋਝ ਸਰੀਰ ਦੇ ਹਵਾਲੇ ਕਰ ਦਿੰਦਾ ਹੈ। ਸਰੀਰ
ਵਿਕਾਰਾਂ ਦੇ ਕਾਰਨ ਰੋਗਾਂ ਦੇ ਵਿੱਚ ਗਰਸਿਆ ਜਾਂਦਾ ਹੈ, ਗਲਤਾਨ ਹੋ ਜਾਂਦਾ ਹੈ। ਇਸੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ-ਵਾਰ ਮਨ ਨੂੰ ਟਿਕਾਉਣ ਦੀ, ਮਨ ਨੂੰ ਮਜ਼ਬੂਤ ਕਰਨ ਦੀ, ਇੱਥੋਂ ਤੱਕ ਮਹਾਰਾਜ ਨੇ ਕਿਹਾ ਮਨ ਜੀਤੇ ਜਗ ਜੀ। ਇਹ ਬੜਾ ਸਟਰੋਂਗ ਪੁਆਇੰਟ ਹੈ ਜੇ ਇਸ ਦੀ ਗਹਿਰਾਈ ਨੂੰ ਸ਼ਿੱਦਤ ਦੇ ਨਾਲ ਸਮਝਿਆ ਜਾਏ। ਪਰ ਮੈਂ ਟੂਕ ਮਾਤਰ ਬੇਨਤੀ ਕਰਾਂ, ਹਜ਼ੂਰ ਨੇ ਅੱਗੇ ਕਿਰਪਾ ਬਖਸ਼ਿਸ਼ ਕੀਤੀ, ਇਹ ਚੇਤੇ ਰੱਖਿਆ ਜੀ, ਜਿਹੜਾ ਜਿੰਨੇ ਜ਼ਿਆਦਾ ਭੋਗ ਭੋਗੇਗਾ, ਜਿੰਨਾ ਵਿਕਾਰਾਂ ਵਿੱਚ ਗਲਤਾਨ ਹੋਵੇਗਾ, ਉਹਨਾਂ ਉਹ ਵਧੇਰੇ ਰੋਗੀ ਹੋਵੇਗਾ। ਉਹਨੂੰ ਅੰਦਰ ਦੇ ਰੋਗ ਵੀ ਤੇ ਸਰੀਰ ਦੇ ਰੋਗ ਵੀ ਉਹਨੇ ਜ਼ਿਆਦਾ ਗ੍ਰਸਣਗੇ। ਹਜ਼ੂਰ ਨੇ ਅੱਗੇ ਕਿਰਪਾ ਕੀਤੀ, ਊਚੰਗ ਤਾਂ ਨੀਚੰਗ ਨਾਨਾ ਸੋ ਮੂਚੰਗ। ਕਾਦਰ ਦੀ ਬਣਾਈ ਹੋਈ ਇਸ ਖੇਡ ਦੇ ਵਿੱਚ ਜੇ ਅੱਜ ਕੋਈ 7ਵੇਂ ਅਸਮਾਨ ਦੇ ਉੱਤੇ ਹੈ, ਜਿਹੜਾ ਸਮਝਦਾ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ, ਭਰਮ ਹੈ ਨਾ ਲੋਕਾਂ ਨੂੰ। ਮਹਾਰਾਜ ਕਹਿੰਦੇ ਵਕਤ ਨੇ ਕਰਵਟ ਬਦਲਣੀ ਹੈ, ਤੇ ਜਦੋਂ ਵਕਤ ਨੇ ਪਾਸਾ ਪਲਟਣਾ ਹੈ ਤੇ ਉੱਚਿਆਂ ਨੇ ਨੀਵੇਂ ਥਾਂ ਤੇ ਆ ਜਾਣਾ। ਨਾਨਾ ਸੋ ਮੂਚੰਗ, ਇਹ ਮਾਲਕ ਦੀ ਖੇਡ ਹੈ। ਜੇ ਸ਼ਬਦ ਯਾਦ ਹੈ ਤੇ ਜ਼ਰੂਰ ਕਿਰਪਾ ਕਰਿਆ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਾਈਆਂ ਮੇਰਾ। ਤੇ ਕਰਦਾ ਕੀ ਹੈ, ਮਾਥੈ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੈ। ਅਗਲੀ ਪੰਕਤੀ ਕਰੋ ਕਿਰਪਾ ਜੀ ਜੀਤਿਆ, ਨੀਚਾ ਊਚ ਕਰੈ ਮੇਰਾ ਗੋਬਿੰਦ। ਇਹ ਉਹਦੀ ਸਮਰੱਥਾ ਹੈ। ਖਿਨ ਮੈਂ ਨੀਚ ਕੀਟ ਕੋ ਰਾਜ, ਖਿਨ ਮੈਂ ਥਾਪ ਉਥਾਪਨ ਹਾਰਾ। ਸਿੰਘਾਂ ਬਾਜਾਂ ਚਰਗਾ ਕੂਈਆਂ ਇਹਨਾਂ ਖਵਾਲੇ ਘਾਹ, ਘਾਹ ਖਾਣ ਤਿਨਾ ਮਾਸ ਖਵਾਲੇ ਇਹ ਚਲਾਏ। ਨਦੀਆਂ ਵਿੱਚ ਟਿੱਬੇ ਦੇ ਕਾਲੇ, ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆ। ਪਰ ਅਨਫਾਰਚੂਨੇਟਲੀ ਜਦੋਂ ਬੰਦਾ ਕਿਤੇ ਰੁਤਬੇ ਤੇ ਆ ਤੇ ਉਹ ਫਿਰ ਜੀਵਨ ਦੀ ਸੱਚਾਈ ਤੋਂ ਮੁਨਕਰ ਹੋ ਜਾਂਦਾ। ਉਹਨੂੰ ਲੱਗਦਾ ਵੀ ਮੈਂ ਹਮੇਸ਼ਾ ਇਸੇ ਤਰ੍ਹਾਂ ਹੀ ਰਹਿਣਾ। ਉਹਨੂੰ ਨਹੀਂ ਚੇਤਾ ਜਿੱਦ ਆਸਨ ਹਮ ਬੈਠੇ ਕਿਤੇ, ਜਿੱਥੇ ਅੱਜ ਮੈਂ ਬੈਠਾ ਮੇਰੇ ਤੋਂ ਪਹਿਲਾਂ ਕਿੰਨੇ ਬਹਿ ਗਏ, ਤੇ ਇੱਥੇ ਰੁਕ ਨਹੀਂ ਜਾਣਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿੰਨਿਆਂ ਨੇ ਆ ਕੇ ਬਹਿਣਾ। ਹਜ਼ੂਰ ਨੇ ਅੱਗੇ ਕਿਰਪਾ ਕੀਤੀ, ਰਾਜੰ ਤਾਂ ਮਾਨੰ ਅਭਿਮਾਨੰ ਤਾਂ ਹੀਨੰ। ਇਹ ਵੀ ਵਕਤ ਦੀ ਉਹ ਕਰਵਟ ਹੈ ਕਿ ਜੇ ਕਿਸੇ ਨੂੰ ਰਾਜ ਸੱਤਾ ਪ੍ਰਾਪਤ ਹੋਈ ਹੈ ਤੇ ਉਹਦੇ ਨਾਲ ਉਹਦਾ ਅਹੰਕਾਰ, ਉਹਦਾ ਪ੍ਰਾਊਡ ਵੀ ਹੈ। ਤੇ ਜੇ ਪ੍ਰਾਊਡ ਹੈ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹਦੇ ਚਕਨਾ ਚੂਰ ਹੁੰਦਿਆਂ ਵੀ ਵਕਤ ਨਹੀਂ ਲੱਗਣਾ। ਪਰ ਵਿਰਤ ਮਾਰਗੰ ਵਰਤੰਤ ਵਿਨਾਸ਼ਨੰ, ਚੱਲਦੀ ਹੋਈ ਜੀਵਨ ਦੀ ਇਸ ਨਦੀ ਦੇ ਵਿੱਚ, ਇਸ ਦਰਿਆ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਇਸ ਮਾਰਗ ਦੇ ਉੱਤੇ ਇਹ ਸਮੇਂ ਦਾ ਜਿਹੜਾ, ਕਾਲ ਦਾ ਜਿਹੜਾ ਚੱਕਰ ਹੈ, ਇਹ ਜਿਉਂ ਦਾ ਤਿਉਂ ਚੱਲਦਾ ਰਹਿਣ। ਟਿਕਿਆ ਹੋਇਆ ਕੌਣ ਹੈ, ਖਿਡਾਓ ਦੇ ਵਿੱਚ ਕੌਣ ਹੈ, ਖੇੜੇ ਦੇ ਵਿੱਚ ਕੌਣ ਹੈ, ਵਿਗਾਸ ਦੇ ਵਿੱਚ ਕੌਣ ਹੈ। ਅਖੀਰਲੀ ਪੰਕਤੀ, ਗੋਬਿੰਦ ਭਜਨ ਸਾਧ ਸੰਗੇਨ ਅਸਥਿਰੰਗ, ਨਾਨਕ ਭਗਵੰਤ ਭਜ ਨਾਸਨੰਗ। ਗੁਰੂ ਦੀ ਸੰਗਤ ਵਿੱਚ ਆ ਕੇ ਗੋਬਿੰਦ ਦੇ ਗੁਣਾਂ ਨੂੰ ਜਪਣ ਵਾਲੇ, ਵਾਹਿਗੁਰੂ ਦਾ ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ, ਕਿਉਂਕਿ ਮਾਲਕ ਆਪ ਆਦ ਸੱਚ ਜੁਗਾਦ ਸੱਚ ਹੈ। ਤੇ ਜਿਹੜਾ ਉਸ ਸੱਚ ਨਾਲ ਜੁੜ ਜਾਂਦਾ ਹੈ, ਉਹ ਸੱਚ ਨਾਲ ਜੁੜ ਕੇ ਅਵਿਨਾਸੀ ਖੇਮ ਚਾਹੈ ਜੇ ਨਾਨਕ। ਮਹਾਰਾਜ ਕੀ ਕਰੀਏ, ਸਦਾ ਸਿਮਰ ਨਾਰਾਇਣ। ਅਵਿਨਾਸੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਜਿੱਥੋਂ ਆਪਾਂ ਬੇਨਤੀ ਪ੍ਰਾਰੰਭ ਕੀਤੀ ਸੀ, ਫਿਰ ਇੱਕ ਵਾਰੀ ਉਹ ਗੱਲ ਦੁਹਰਾ ਲਈਏ, ਨਾਨਕ ਭਗਤਾਂ ਸਦਾ ਵਿਗਾਸ ਸੁਣੈ, ਦੁਖ ਪਾਪ ਕਾ ਨਾਸ਼। ਸਾਧ ਸੰਗਤ, ਇਹ ਸੀ 12ਵਾਂ ਸ਼ਲੋਕ
ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅੰਦਰ ਕਿਵੇਂ ਟਿਕਾਓ ਆ ਸਕਦਾ ਹੈ, ਇਹ ਕਿਰਪਾ ਬਖਸ਼ਿਸ਼ ਕੀਤੀ। ਕੱਲ ਦੇ ਦੀਵਾਨ ਵਿੱਚ ਜਿਹੜਾ ਅਗਲਾ ਸ਼ਲੋਕ ਹੈ ਉਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਮੇਰੀਆਂ ਭੁੱਲਾਂ ਮੇਰੀ ਝੋਲੀ ਚ ਪਾ ਦਿਆ ਜੇ, ਬਚਨ ਗੁਰੂ ਕੇ ਜਾਣ ਕੇ ਹਿਰਦਿਆਂ ਚ ਵਸਾ ਲੈਣੇ। ਗੁਰਫਤਿਹ ਦੀ ਸਾਂਝ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Oh my